ਦਿਲਚਸਪ ਕਹਾਣੀ ਪਿਛਲੇ ਜਨਮ ਦਾ ਕਰਜ਼ਾ। ਇੱਕ ਪਿੰਡ ਵਿੱਚ ਇੱਕ ਧਨੀ ਸੇਠ ਰਹਿੰਦਾ ਸੀ। ਉਸ ਕੋਲ ਧਨ ਦੌਲਤ ਦੀ ਕੋਈ ਕਮੀ ਨਹੀਂ ਸੀ, ਪਰ ਉਸ ਦੇ ਦਿਲ ਵਿੱਚ ਕਠੋਰਤਾ ਸੀ। ਕੋਈ ਗਰੀਬ ਮਦਦ ਮੰਗਦਾ ਤਾਂ ਉਹ ਤਿੱਖੇ ਬੋਲ ਬੋਲ ਕੇ ਭਜਾ ਦਿੰਦਾ। ਇੱਕ ਦਿਨ ਉਸ ਕੋਲ ਇੱਕ ਬਜ਼ੁਰਗ ਆਇਆ ਤੇ ਬੇਨਤੀ ਕੀਤੀ, ਸੇਠ ਜੀ, ਮੈਨੂੰ ਰਾਹ ਲਈ ਇੱਕ ਰੋਟੀ ਦੇ ਦਿਓ। ਸੇਠ ਨੇ ਹੱਸ ਕੇ ਕਿਹਾ, ਮੇਰੀਆਂ ਰੋਟੀਆਂ ਤੇ ਤੇਰਾ ਹੱਕ ਨਹੀਂ, ਤੂੰ ਆਪਣੀ ਕਿਸਮਤ ਲਿਖ ਕੇ ਲਿਆਂਦਾ ਹੈ। ਬਜ਼ੁਰਗ ਚੁੱਪ ਕਰਕੇ ਚਲੇ ਗਏ। ਸਾਲ ਬੀਤੇ, ਸੇਠ ਬੁੱਢਾ ਹੋਇਆ ਤੇ ਮਰ ਗਿਆ। ਅਗਲੇ ਜਨਮ ਉਹ ਇੱਕ ਮੱਧ ਵਰਗ ਦੇ ਘਰ ਵਿੱਚ ਜੰਮਿਆ। ਘਰ ਚੰਗਾ ਸੀ, ਪਰ ਅਜੀਬ ਗੱਲ ਇਹ ਸੀ ਕਿ ਕਿੰਨੀ ਵੀ ਮਿਹਨਤ ਕਰਦਾ, ਪੈਸਾ ਉਸਦੇ ਹੱਥ ਵਿੱਚ ਨਹੀਂ ਰੁਕਦਾ ਸੀ। ਜਦੋਂ ਵੀ ਕੁਝ ਕਮਾਈ ਹੁੰਦੀ, ਕੋਈ ਅਚਾਨਕ ਖਰਚਾ ਆ ਪੈਂਦਾ, ਬਿਮਾਰੀ, ਕਰਜ਼ਾ ਜਾਂ ਕੋਈ ਹਾਦਸਾ। ਇੱਕ ਵਾਰ ਉਹ ਬਹੁਤ ਪਰੇਸ਼ਾਨ ਹੋ ਕੇ ਇੱਕ ਫਕੀਰ ਕੋਲ ਗਿਆ। ਫਕੀਰ ਨੇ ਧਿਆਨ ਲਾ ਕੇ ਕਿਹਾ, ਇਹ ਬੇਟਾ, ਇਹ ਤੇਰਾ ਪਿਛਲੇ ਜਨਮ ਦਾ ਕਰਜ਼ਾ ਹੈ। ਤੂੰ ਗਰੀਬਾਂ ਨੂੰ ਰੋਟੀ ਤੱਕ ਨਹੀਂ ਦਿੱਤੀ ਸੀ, ਹੁਣ ਹਰ ਰੋਜ਼ ਤੇਰਾ ਧਨ ਕਿਸੇ ਨਾ ਕਿਸੇ ਰਾਹੀਂ ਨਿਕਲਦਾ ਹੈ। ਜਦ ਤੱਕ ਤੂੰ ਦਿਲ ਖੋਲ ਕੇ ਲੋਕਾਂ ਦੀ ਮਦਦ ਨਹੀਂ ਕਰੇਗਾ, ਤੇਰਾ ਕਰਜ਼ਾ ਮੁੱਕਣਾ ਨਹੀਂ। ਉਹ ਆਦਮੀ ਸਮਝ ਗਿਆ। ਉਸਨੇ ਹੌਲੀ-ਹੌਲੀ ਗਰੀਬਾਂ ਨੂੰ ਖਾਣਾ ਦੇਣਾ, ਬੱਚਿਆਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਜਿਵੇਂ ਜਿਵੇਂ ਉਹ ਦਾਨ ਕਰਦਾ ਗਿਆ, ਉਸਦੇ ਘਰ ਵਿੱਚ ਸੁੱਖ ਸਮਰਿੱਧੀ ਆਉਣ ਲੱਗੀ। ਜਦੋਂ ਉਸ ਆਦਮੀ ਨੇ ਗਰੀਬਾਂ ਨੂੰ ਖਾਣਾ ਵੰਡਣਾ ਤੇ ਦਾਨ ਪੁੰਨ ਕਰਨਾ ਸ਼ੁਰੂ ਕੀਤਾ, ਪਿੰਡ ਦੇ ਲੋਕ ਹੈਰਾਨ ਹੋਏ। ਜੋ ਕਦੇ ਕੰਜੂਸ ਤੇ ਅਹੰਕਾਰੀ ਮੰਨੇ ਜਾਂਦੇ ਸਨ, ਹੁਣ ਉਹੀ ਦਿਲ ਖੋਲ ਕੇ ਸਭ ਦੀ ਮਦਦ ਕਰਦੇ ਸਨ। ਇੱਕ ਦਿਨ ਪਿੰਡ ਵਿੱਚ ਸੁੱਕਾ ਪੈ ਗਿਆ। ਖੇਤਾਂ ਵਿੱਚ ਫਸਲ ਨਾ ਹੋਈ, ਲੋਕ ਭੁੱਖੇ ਰਹਿਣ ਲੱਗੇ। ਉਸ ਆਦਮੀ ਨੇ ਆਪਣੀ ਕਟਾਈ ਰੋਟੀ ਵੀ ਗਰੀਬਾਂ ਨਾਲ ਵੰਡ ਲਈ। ਪਿੰਡ ਦੇ ਬਜ਼ੁਰਗਾਂ ਨੇ ਕਿਹਾ, ਵੇਖੋ, ਜਿਹੜਾ ਕਦੇ ਇੱਕ ਰੋਟੀ ਨਹੀਂ ਦਿੰਦਾ ਸੀ, ਹੁਣ ਆਪਣੀ ਰੋਟੀ ਵੀ ਵੰਡ ਰਿਹਾ ਹੈ। ਇਹੀ ਪਿਛਲੇ ਜਨਮ ਦਾ ਕਰਜ਼ਾ ਚੁਕਾਉਣ ਦਾ ਸੱਚਾ ਤਰੀਕਾ ਹੈ। ਥੋੜੇ ਹੀ ਸਮੇਂ ਵਿੱਚ ਉਸਦੇ ਘਰ ਵਿੱਚ ਬਰਕਤ ਹੋਣ ਲੱਗੀ। ਬਿਮਾਰੀਆਂ ਦੂਰ ਹੋਈਆਂ, ਕਾਰੋਬਾਰ ਚੰਗਾ ਹੋਇਆ, ਤੇ ਮਨ ਵਿੱਚ ਇੱਕ ਅਜਿਹਾ ਸੁੱਖ ਆਇਆ ਜੋ ਉਸਨੇ ਕਦੇ ਮਹਿਸੂਸ ਨਹੀਂ ਕੀਤਾ ਸੀ। ਜਦੋਂ ਉਸ ਆਦਮੀ ਦੀ ਜ਼ਿੰਦਗੀ ਸੁੱਖ ਸ਼ਾਂਤੀ ਨਾਲ ਬੀਤਣ ਲੱਗੀ, ਉਸਦੇ ਅੰਦਰ ਇੱਕ ਨਵਾਂ ਜਿਗਿਆਸਾ ਜਨਮਿਆ। ਉਹ ਅਕਸਰ ਸੋਚਦਾ, ਜੇ ਪਿਛਲੇ ਜਨਮ ਦਾ ਕਰਜ਼ਾ ਮੇਰੇ ਨਾਲ ਆ ਸਕਦਾ ਹੈ, ਤਾਂ ਕਿ ਮੇਰੇ ਅੱਜ ਦੇ ਕਰਮ ਵੀ ਅਗਲੇ ਜਨਮ ਨੂੰ ਸਾਥ ਦੇਣਗੇ। ਇਸ ਸੋਚ ਨੇ ਉਸ ਨੂੰ ਹੋਰ ਨਿਮਰ ਬਣਾ ਦਿੱਤਾ। ਹੁਣ ਉਹ ਸਿਰਫ ਗਰੀਬਾਂ ਦੀ ਮਦਦ ਨਹੀਂ ਕਰਦਾ ਸੀ, ਸਗੋਂ ਲੋਕਾਂ ਨਾਲ ਪਿਆਰ, ਸਤਿਕਾਰ ਤੇ ਸੱਚਾਈ ਨਾਲ ਵੀ ਪੇਸ਼ ਆਉਂਦਾ ਸੀ। ਇੱਕ ਵਾਰ ਪਿੰਡ ਵਿੱਚ ਇੱਕ ਯਾਤਰੀ ਆਇਆ। ਉਹ ਰਾਤ ਨੂੰ ਉਸ ਆਦਮੀ ਦੇ ਘਰ ਟਿਕਿਆ। ਗੱਲਾਂ ਕਰਦਿਆਂ ਉਸ ਯਾਤਰੀ ਨੇ ਕਿਹਾ, ਮੈਂ ਲੋਕਾਂ ਦੇ ਚਿਹਰਿਆਂ ਨੂੰ ਵੇਖ ਕੇ ਉਹਨਾਂ ਦੇ ਪਿਛਲੇ ਕਰਮਾਂ ਬਾਰੇ ਕੁਝ ਅੰਦਾਜ਼ਾ ਲਗਾ ਲੈਂਦਾ ਹਾਂ। ਤੇਰੇ ਚਿਹਰੇ ਉੱਤੇ ਦੋਹਾਂ ਚੀਜ਼ਾਂ ਦੇ ਨਿਸ਼ਾਨ ਹਨ, ਸਖਤੀ ਦੇ ਵੀ ਤੇ ਮਿਹਰਬਾਨੀ ਦੇ ਵੀ। ਇਹ ਦਰਸਾਉਂਦਾ ਹੈ ਕਿ ਤੂੰ ਆਪਣਾ ਕਰਜ਼ਾ ਚੁਕਾਉਣ ਦੇ ਰਾਹ ਤੇ ਹੈ। ਇਹ ਸੁਣ ਕੇ ਆਦਮੀ ਦੇ ਦਿਲ ਨੂੰ ਹੋਰ ਵੀ ਯਕੀਨ ਹੋ ਗਿਆ ਕਿ ਜ਼ਿੰਦਗੀ ਸਿਰਫ ਅੱਜ ਦੀ ਨਹੀਂ, ਸਗੋਂ ਪਿਛਲੇ ਤੇ ਅਗਲੇ ਜਨਮਾਂ ਦੀ ਲੜੀ ਹੈ। ਉਸਨੇ ਸੋਚਿਆ, ਜੇ ਮੈਂ ਅੱਜ ਕਿਸੇ ਦੇ ਹੱਕ ਦੀ ਚੀਜ਼ ਖਾਵਾਂਗਾ, ਤਾਂ ਕੱਲ ਮੈਨੂੰ ਵੀ ਆਪਣਾ ਹੱਕ ਗਵਾਉਣਾ ਪਵੇਗਾ। ਪਰ ਜੇ ਅੱਜ ਮੈਂ ਕਿਸੇ ਨੂੰ ਖੁਸ਼ੀ ਦੇਵਾਂਗਾ, ਤਾਂ ਕੱਲ ਉਹ ਖੁਸ਼ੀ ਮੇਰੇ ਕੋਲ ਵਾਪਸ ਆਏਗੀ। ਇਸ ਤਰ੍ਹਾਂ ਉਹ ਆਦਮੀ ਇੱਕ ਜੀਵੰਤ ਉਦਾਹਰਣ ਬਣ ਗਿਆ। ਲੋਕ ਕਹਿੰਦੇ, ਜਿਹੜਾ ਕਦੇ ਰੋਟੀ ਨਹੀਂ ਦਿੰਦਾ ਸੀ, ਅੱਜ ਉਹੀ ਸਾਨੂੰ ਰੋਟੀ ਨਾਲ ਹੀ ਨਹੀਂ, ਸੱਚੇ ਪਿਆਰ ਤੇ ਮਮਤਾ ਨਾਲ ਵੀ ਰਿਝਾ ਰਿਹਾ ਹੈ। ਅਖੀਰ ਵਿੱਚ ਉਸਨੇ ਆਪਣੇ ਜੀਵਨ ਦਾ ਮੂਲ ਸਬਕ ਇਹੀ ਦੱਸਿਆ, ਕਰਜ਼ਾ ਚਾਹੇ ਧਨ ਦਾ ਹੋਵੇ ਜਾਂ ਕਰਮਾਂ ਦਾ, ਚੁਕਾਉਣਾ ਤਾਂ ਪੈਂਦਾ ਹੀ ਹੈ। ਪਰ ਜਿਸਨੇ ਸੱਚਾਈ ਤੇ ਨੇਕੀ ਨਾਲ ਜ਼ਿੰਦਗੀ ਜੀਤੀ, ਉਸ ਦਾ ਖਾਤਾ ਹਮੇਸ਼ਾ ਹਰੇਕ ਜਨਮ ਵਿੱਚ ਸੁੱਖ ਨਾਲ ਭਰਿਆ ਰਹਿੰਦਾ ਹੈ। ਸਾਲ ਬੀਤਦੇ ਗਏ। ਉਹ ਆਦਮੀ ਹੁਣ ਪਿੰਡ ਦਾ ਵੱਡਾ ਸਤਿਕਾਰਯੋਗ ਬਣ ਗਿਆ ਸੀ। ਜਿਸ ਦੇ ਦਰਵਾਜ਼ੇ ਤੋਂ ਕਦੇ ਭੁੱਖੇ ਮਨੁੱਖ ਨਿਰਾਸ਼ ਮੁੜ ਜਾਂਦੇ ਸਨ, ਹੁਣ ਉੱਥੇ ਹਰੇਕ ਆਉਣ ਵਾਲਾ ਭਰਪੂਰ ਪਿਆਰ ਨਾਲ ਵਾਪਸ ਜਾਂਦਾ ਸੀ। ਇੱਕ ਦਿਨ ਪਿੰਡ ਵਿੱਚ ਅਚਾਨਕ ਬੜੀ ਬਿਮਾਰੀ ਫੈਲ ਗਈ। ਕਈ ਲੋਕ ਬਿਮਾਰ ਪੈ ਗਏ। ਪਿੰਡ ਵਾਲਿਆਂ ਨੇ ਕਿਹਾ, ਹੁਣ ਤਾਂ ਸਾਡੀ ਉਮਰ ਹੀ ਘੱਟ ਰਹਿ ਗਈ ਹੈ, ਕੋਈ ਬਚਾ ਨਹੀਂ। ਪਰ ਉਹ ਆਦਮੀ ਹੌਸਲਾ ਹਾਰਿਆ ਨਹੀਂ। ਉਸਨੇ ਆਪਣੇ ਘਰ ਦੇ ਦਰਵਾਜ਼ੇ ਖੋਲ੍ਹੇ ਤੇ ਕਿਹਾ, ਮੇਰਾ ਘਰ ਹੀ ਹੁਣ ਸਭ ਦਾ ਹਸਪਤਾਲ ਹੈ। ਜਿਨ੍ਹਾਂ ਕੋਲ ਦਵਾਈ ਨਹੀਂ, ਉਹ ਇੱਥੇ ਆਉਣ। ਜੋ ਭੁੱਖੇ ਹਨ, ਉਹ ਇੱਥੇ ਖਾਣ। ਉਸ ਕੋਲ ਜੋ ਕੁਝ ਸੀ, ਲੋਕਾਂ ਲਈ ਲੁਟਾ ਦਿੱਤਾ। ਅਜੀਬ ਗੱਲ ਇਹ ਹੋਈ ਕਿ ਜਿਨ੍ਹਾਂ ਨੇ ਉਸ ਦੇ ਹੱਥੋਂ ਖਾਣਾ ਖਾਧਾ, ਉਹਨਾਂ ਦੀ ਹੌਲੀ-ਹੌਲੀ ਤਬੀਅਤ ਠੀਕ ਹੋਣ ਲੱਗੀ। ਲੋਕ ਕਹਿੰਦੇ, ਇਹ ਤਾਂ ਉਸ ਦੇ ਪਿਛਲੇ ਕਰਜ਼ੇ ਮੁੱਕਣ ਦਾ ਅਸਰ ਹੈ। ਜਿਹੜਾ ਕਰਜ਼ਾ ਉਸਨੇ ਦੁੱਖ ਨਾਲ ਚੁਕਾਇਆ ਸੀ, ਹੁਣ ਉਹੀ ਕਰਜ਼ਾ ਉਸ ਦੇ ਹੱਥਾਂ ਵਿੱਚ ਦਵਾ ਤੇ ਦਿਲਾਸਾ ਬਣ ਕੇ ਵਾਪਸ ਆ ਰਿਹਾ ਹੈ। ਬਦਲਾਅ ਦਾ ਚਮਤਕਾਰ। ਇਹ ਘਟਨਾ ਤੋਂ ਬਾਅਦ ਪਿੰਡ ਦੇ ਲੋਕ ਉਸ ਨੂੰ ਸੇਵਾ ਵਾਲਾ ਬਾਬਾ ਕਹਿਣ ਲੱਗੇ। ਉਸ ਦਾ ਚਿਹਰਾ ਰੌਸ਼ਨ ਹੋ ਗਿਆ ਸੀ।
ਜਿਵੇਂ ਅੰਦਰੋਂ ਹੀ ਕੋਈ ਚਾਨਣ ਬਾਹਰ ਆ ਰਿਹਾ ਹੋਵੇ। ਇੱਕ ਰਾਤ ਉਸਨੂੰ ਸੁਪਨਾ ਆਇਆ। ਸੁਪਨੇ ਵਿੱਚ ਉਹੀ ਬਜ਼ੁਰਗ ਆਇਆ ਜਿਸ ਨੂੰ ਕਦੇ ਉਸਨੇ ਰੋਟੀ ਨਹੀਂ ਦਿੱਤੀ ਸੀ। ਬਜ਼ੁਰਗ ਨੇ ਹੱਸ ਕੇ ਕਿਹਾ, ਬੇਟਾ, ਹੁਣ ਤੂੰ ਆਪਣਾ ਕਰਜ਼ਾ ਚੁਕਾ ਦਿੱਤਾ ਹੈ। ਹੁਣ ਤੇਰੇ ਅਗਲੇ ਜਨਮ ਦਾ ਰਾਹ ਸੁੱਖ ਸ਼ਾਂਤੀ ਨਾਲ ਭਰਿਆ ਹੋਵੇਗਾ। ਯਾਦ ਰੱਖ, ਜੋ ਕੁਝ ਵੀ ਦਿੰਦੇ ਹੋ, ਉਹ ਕਦੇ ਖਤਮ ਨਹੀਂ ਹੁੰਦਾ। ਉਹ ਤੇਰੇ ਖਾਤੇ ਵਿੱਚ ਦਰਜ ਹੋ ਕੇ ਕਿਸੇ ਨਾ ਕਿਸੇ ਜਨਮ ਵਿੱਚ ਵਾਪਸ ਆਉਂਦਾ ਹੈ। ਜਦੋਂ ਉਹ ਸੁਪਨੇ ਤੋਂ ਜਾਗਿਆ, ਉਸ ਦੀਆਂ ਅੱਖਾਂ ਵਿੱਚ ਹੰਝੂ ਸਨ, ਪਰ ਦਿਲ ਵਿੱਚ ਅਦਭੁਤ ਸੁੱਖ ਸੀ। ਪਿਛਲੇ ਜਨਮ ਦਾ ਕਰਜ਼ਾ ਹਰ ਹਾਲਤ ਵਿੱਚ ਚੁਕਾਉਣਾ ਹੀ ਪੈਂਦਾ ਹੈ। ਜੇ ਅਸੀਂ ਦੌਲਤ ਦੇਣ ਤੋਂ ਕੰਜੂਸ ਕਰਾਂਗੇ, ਤਾਂ ਕਿਸੇ ਜਨਮ ਵਿੱਚ ਉਹੀ ਦੌਲਤ ਸਾਡੇ ਹੱਥੋਂ ਖਿਸਕੇਗੀ। ਪਰ ਜੇ ਅਸੀਂ ਪਿਆਰ, ਮਦਦ ਅਤੇ ਸੇਵਾ ਕਰਾਂਗੇ, ਤਾਂ ਉਹੀ ਰੂਪ ਕਿਸੇ ਹੋਰ ਜਨਮ ਵਿੱਚ ਸਾਨੂੰ ਬੇਅੰਤ ਸੁੱਖ ਦੇਵੇਗਾ। ਉਹ ਆਦਮੀ ਹੁਣ ਬਜ਼ੁਰਗ ਹੋ ਗਿਆ ਸੀ। ਉਸਦੇ ਵਾਲ ਚਿੱਟੇ ਹੋ ਗਏ, ਪਰ ਦਿਲ ਵਿੱਚ ਹਮੇਸ਼ਾ ਦੀ ਤਰ੍ਹਾਂ ਚਾਨਣ ਤੇ ਮਮਤਾ ਭਰੀ ਰਹੀ। ਪਿੰਡ ਦੇ ਨੌਜਵਾਨ ਅਕਸਰ ਉਸਦੇ ਕੋਲ ਆ ਕੇ ਪੁੱਛਦੇ, ਬਾਬਾ ਜੀ, ਤੁਸੀਂ ਹਮੇਸ਼ਾ ਖੁਸ਼ ਤੇ ਸੰਤੁਸ਼ਟ ਕਿਵੇਂ ਰਹਿੰਦੇ ਹੋ? ਸਾਨੂੰ ਵੀ ਇਹ ਰਾਹ ਦੱਸੋ। ਬਾਬਾ ਹੱਸ ਕੇ ਕਹਿੰਦਾ, ਬੇਟੇ, ਮੈਂ ਵੀ ਇੱਕ ਸਮੇਂ ਤੁਹਾਡੇ ਵਰਗਾ ਸੀ। ਹਮੇਸ਼ਾ ਆਪਣੀ ਕਮਾਈ ਨੂੰ ਸਿਰਫ ਆਪਣੇ ਲਈ ਰੱਖਦਾ ਸੀ। ਪਰ ਜਦੋਂ ਸਮਝ ਆਈ ਕਿ ਇਹ ਸਭ ਕੁਝ ਸਾਡੇ ਨਾਲ ਨਹੀਂ ਜਾਂਦਾ, ਤਾਂ ਦਿਲ ਬਦਲ ਗਿਆ। ਅਸਲੀ ਧਨ ਉਹ ਹੈ ਜੋ ਅਸੀਂ ਕਿਸੇ ਹੋਰ ਦੇ ਅਥਰੂ ਪੁੰਜਣ ਵਿੱਚ ਵਰਤਦੇ ਹਾਂ। ਇੱਕ ਹੋਰ ਅਜੀਬ ਘਟਨਾ। ਇੱਕ ਦਿਨ ਪਿੰਡ ਵਿੱਚ ਇੱਕ ਗਰੀਬ ਅਨਾਥ ਬੱਚਾ ਮਿਲਿਆ। ਉਸ ਨੂੰ ਕੋਈ ਸਹਾਰਾ ਨਹੀਂ ਸੀ। ਬਾਬਾ ਜੀ ਨੇ ਉਸ ਨੂੰ ਆਪਣੇ ਘਰ ਲਿਆ ਕੇ ਪੁੱਤਰ ਵਾਂਗ ਪਾਲਿਆ। ਲੋਕ ਕਹਿੰਦੇ, ਇਹ ਤਾਂ ਬੜਾ ਉੱਚਾ ਕੰਮ ਹੈ। ਪਰ ਬਾਬਾ ਜੀ ਅੰਦਰੋਂ ਜਾਣਦੇ ਸਨ ਕਿ ਇਹ ਬੱਚਾ ਕੋਈ ਅਜਨਬੀ ਨਹੀਂ। ਉਹੀ ਆਤਮਾ ਸੀ ਜਿਸ ਨੂੰ ਉਹ ਕਦੇ ਰੋਟੀ ਨਹੀਂ ਦਿੱਤੀ ਸੀ। ਹੁਣ ਰੱਬ ਨੇ ਉਸ ਨੂੰ ਮੌਕਾ ਦਿੱਤਾ ਸੀ ਕਿ ਉਹ ਸਿਰਫ ਕਰਜ਼ਾ ਨਹੀਂ ਚੁਕਾਏ, ਸਗੋਂ ਪਿਆਰ ਨਾਲ ਉਸ ਨੂੰ ਜੀਵਨ ਭਰ ਦਾ ਸਹਾਰਾ ਦੇਵੇ। ਉਸ ਬੱਚੇ ਨੇ ਵੱਡਾ ਹੋ ਕੇ ਬਾਬਾ ਜੀ ਦੀ ਸਾਰੀ ਸੇਵਾ ਭਾਵਨਾ ਨੂੰ ਅੱਗੇ ਵਧਾਇਆ। ਪਿੰਡ ਦੇ ਲੋਕ ਕਹਿੰਦੇ ਸਨ, ਇਹ ਤਾਂ ਕਰਮਾਂ ਦਾ ਫਲ ਹੈ। ਜੋ ਬਾਬਾ ਜੀ ਨੇ ਬੀਜਿਆ ਸੀ, ਉਹੀ ਹੁਣ ਰੁੱਖ ਬਣ ਕੇ ਫਲ ਦੇ ਰਿਹਾ ਹੈ। ਜਦੋਂ ਬਾਬਾ ਜੀ ਇਸ ਸੰਸਾਰ ਤੋਂ ਵਿਦਾ ਹੋਏ, ਸਾਰੇ ਪਿੰਡ ਵਾਲੇ ਰੋਏ। ਪਰ ਸਭ ਦੇ ਦਿਲਾਂ ਵਿੱਚ ਇੱਕ ਆਵਾਜ਼ ਸੀ। ਬਾਬਾ ਜੀ ਨੇ ਸਾਨੂੰ ਸਿਖਾਇਆ ਕਿ ਕਰਜ਼ਾ ਸਿਰਫ ਪੈਸੇ ਦਾ ਨਹੀਂ, ਮਨੁੱਖਤਾ ਦਾ ਵੀ ਹੁੰਦਾ ਹੈ। ਪਿਛਲੇ ਜਨਮ ਦਾ ਕਰਜ਼ਾ ਵੀ ਚੁਕਾਉਣਾ ਪੈਂਦਾ ਹੈ, ਪਰ ਨੇਕੀ ਨਾਲ ਚੁਕਾਇਆ ਜਾਵੇ ਤਾਂ ਉਹੀ ਕਰਜ਼ਾ ਅਗਲੇ ਜਨਮ ਵਿੱਚ ਅਸੀਸ ਬਣ ਜਾਂਦਾ ਹੈ। ਨਵੇਂ ਕਰਮਾਂ ਦਾ ਬੀਜ। ਬਾਬਾ ਜੀ ਦੇ ਜਾਣ ਤੋਂ ਬਾਅਦ ਉਹ ਅਨਾਥ ਬੱਚਾ, ਜਿਸ ਨੂੰ ਬਾਬਾ ਨੇ ਪੁੱਤਰ ਵਾਂਗ ਪਾਲਿਆ ਸੀ, ਵੱਡਾ ਹੋਇਆ। ਉਹ ਹਮੇਸ਼ਾ ਕਹਿੰਦਾ, ਮੇਰੇ ਲਈ ਬਾਬਾ ਜੀ ਹੀ ਰੱਬ ਸਨ। ਉਹਨਾਂ ਨੇ ਸਿਰਫ ਮੇਰੀ ਭੁੱਖ ਨਹੀਂ ਮਿਟਾਈ, ਸਗੋਂ ਮੇਰੇ ਮਨ ਵਿੱਚ ਭਰੋਸਾ, ਪਿਆਰ ਤੇ ਨੇਕੀ ਦੇ ਬੀਜ ਬੀਜੇ। ਉਸ ਬੱਚੇ ਨੇ ਬਾਬਾ ਦੀ ਰੀਤ ਜਾਰੀ ਰੱਖੀ। ਉਸਨੇ ਗਰੀਬਾਂ ਲਈ ਇੱਕ ਛੋਟੀ ਧਰਮਸ਼ਾਲਾ ਬਣਾਈ, ਜਿੱਥੇ ਕੋਈ ਭੁੱਖਾ ਨਾ ਸੋਵੇ, ਕੋਈ ਬਿਮਾਰ ਬਿਨਾਂ ਦਵਾਈ ਦੇ ਨਾ ਰਹੇ। ਪਿੰਡ ਵਾਲੇ ਕਹਿੰਦੇ, ਬਾਬਾ ਜੀ ਦਾ ਕਰਜ਼ਾ ਤਾਂ ਮੁੱਕ ਗਿਆ ਸੀ, ਪਰ ਹੁਣ ਇਹ ਮੁੰਡਾ ਆਪਣੇ ਨਵੇਂ ਕਰਮਾਂ ਦਾ ਖਾਤਾ ਖੋਲ ਰਿਹਾ ਹੈ। ਇਸ ਦੇ ਅਗਲੇ ਜਨਮ ਸੁੱਖ ਸ਼ਾਂਤੀ ਵਾਲੇ ਹੋਣਗੇ। ਕਰਜ਼ੇ ਦੀ ਲੜੀ। ਇੱਕ ਰਾਤ ਉਸ ਮੁੰਡੇ ਨੂੰ ਵੀ ਸੁਪਨਾ ਆਇਆ। ਸੁਪਨੇ ਵਿੱਚ ਬਾਬਾ ਜੀ ਆਏ ਤੇ ਕਹਿਣ ਲੱਗੇ, ਬੇਟਾ, ਯਾਦ ਰੱਖੋ, ਪਿਛਲੇ ਜਨਮ ਦਾ ਕਰਜ਼ਾ ਤਾਂ ਮੈਂ ਚੁਕਾ ਗਿਆ, ਪਰ ਮਨੁੱਖੀ ਜ਼ਿੰਦਗੀ ਹਮੇਸ਼ਾ ਨਵੇਂ ਕਰਮਾਂ ਦਾ ਕਰਜ਼ਾ ਬਣਾਉਂਦੀ ਰਹਿੰਦੀ ਹੈ। ਇਸ ਲਈ ਸੰਭਲ ਕੇ ਜੀਵੋ, ਨੇਕੀ ਕਰਦੇ ਰਹੋ, ਤਾਂ ਜੋ ਅਗਲੇ ਜਨਮਾਂ ਦੇ ਖਾਤੇ ਵੀ ਰੌਸ਼ਨ ਰਹਿਣ। ਮੁੰਡਾ ਜਾਗਿਆ ਤੇ ਉਸਨੇ ਸਾਰੇ ਪਿੰਡ ਨੂੰ ਇਹ ਸੁਨੇਹਾ ਸੁਣਾਇਆ। ਲੋਕਾਂ ਦੇ ਦਿਲਾਂ ਵਿੱਚ ਇੱਕ ਨਵੀਂ ਸਮਝ ਆਈ। ਸਿਰਫ ਪਿਛਲੇ ਜਨਮ ਦਾ ਕਰਜ਼ਾ ਹੀ ਨਹੀਂ, ਸਗੋਂ ਹਰ ਦਿਨ ਦੇ ਕਰਮ ਵੀ ਸਾਡੇ ਭਵਿੱਖ ਦਾ ਕਰਜ਼ਾ ਬਣਦੇ ਹਨ। ਸਾਲਾਂ ਬਾਅਦ ਇਹ ਕਹਾਣੀ ਪਿੰਡ ਦੀ ਗਾਥਾ ਬਣ ਗਈ। ਰਾਤੀ ਚੌਪਾਲ 'ਚ ਬਜ਼ੁਰਗ ਬੱਚਿਆਂ ਨੂੰ ਸੁਣਾਉਂਦੇ, ਵੇਖੋ, ਕਿਵੇਂ ਇੱਕ ਧਨਵਾਨ ਦੀ ਕਠੋਰਤਾ ਨੇ ਉਸ ਨੂੰ ਕਰਜ਼ੇ ਵਿੱਚ ਡੁਬੋਇਆ, ਪਰ ਉਸਨੇ ਨੇਕੀ ਨਾਲ ਉਹ ਕਰਜ਼ਾ ਚੁਕਾ ਕੇ ਆਪਣੀ ਰੂਹ ਨੂੰ ਸੁੱਖ ਦਿੱਤਾ। ਅਤੇ ਕਿਵੇਂ ਉਸ ਦਾ ਅਸਰ ਉਸ ਅਨਾਥ ਮੁੰਡੇ ਤੱਕ ਪਹੁੰਚਿਆ, ਜੋ ਅਗਲੇ ਜਨਮਾਂ ਲਈ ਚੰਗੇ ਬੀਜ ਬੀਜ ਰਿਹਾ ਹੈ। ਇਸ ਤਰ੍ਹਾਂ ਕਹਾਣੀ ਕਦੇ ਮੁੱਕਦੀ ਨਹੀਂ, ਕਿਉਂਕਿ ਕਰਜ਼ੇ ਤੇ ਕਰਮਾਂ ਦੀ ਲੜੀ ਅਸਲ ਵਿੱਚ ਮਨੁੱਖੀ ਜ਼ਿੰਦਗੀ ਦੀ ਅਨੰਤ ਕੜੀ ਹੈ। ਜੋ ਅਸੀਂ ਅੱਜ ਕਰਦੇ ਹਾਂ, ਉਹ ਕੱਲ ਸਾਡੇ ਸਾਹਮਣੇ ਖੜਾ ਹੋ ਕੇ ਕਹੇਗਾ, ਮੈਂ ਤੇਰਾ ਹੀ ਬੀਜ ਹਾਂ। ਨਾਮ ਦੀ ਖੁਸ਼ਬੂ। ਉਹ ਅਨਾਥ ਮੁੰਡਾ, ਜੋ ਹੁਣ ਜਵਾਨ ਹੋ ਗਿਆ ਸੀ, ਸਭ ਉਸ ਨੂੰ ਸੇਵਾ ਰਾਮ ਕਹਿਣ ਲੱਗੇ, ਕਿਉਂਕਿ ਉਸਦੇ ਜੀਵਨ ਦਾ ਮੂਲ ਧਾਰਾ ਹੀ ਸੇਵਾ ਸੀ। ਸੇਵਾ ਰਾਮ ਨੇ ਪਿੰਡ ਵਿੱਚ ਇੱਕ ਅੰਨ ਛੱਤਰ ਖੋਲਿਆ। ਕੋਈ ਵੀ ਆ ਕੇ ਰੋਟੀ ਖਾ ਸਕਦਾ ਸੀ, ਚਾਹੇ ਧਨੀ ਹੋਵੇ ਜਾਂ ਗਰੀਬ, ਦੇਸੀ ਹੋਵੇ ਜਾਂ ਪਰਦੇਸੀ। ਹੌਲੀ ਹੌਲੀ ਪਿੰਡ ਖੁਸ਼ਹਾਲ ਹੋ ਗਿਆ। ਲੋਕ ਕਹਿੰਦੇ, ਜਿਹੜਾ ਪਿੰਡ ਪਹਿਲਾਂ ਕਠੋਰ ਸੇਠ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਹੁਣ ਸੇਵਾ ਰਾਮ ਦੀ ਮਿਹਰਬਾਨੀ ਕਰਕੇ ਰੱਬ ਦੇ ਪਿੰਡ ਵਾਂਗ ਬਣ ਗਿਆ ਹੈ।
ਅਹੰਕਾਰ ਦਾ ਸਬਕ। ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਕੁਝ ਸਮਾਂ ਬਾਅਦ ਨੇੜਲੇ ਪਿੰਡ ਦਾ ਇੱਕ ਹੋਰ ਧਨੀ ਜ਼ਮੀਂਦਾਰ ਆਇਆ। ਉਸਨੇ ਸੇਵਾ ਰਾਮ ਨੂੰ ਵੇਖ ਕੇ ਹੱਸ ਕੇ ਕਿਹਾ, ਤੂੰ ਬੇਵਕੂਫ ਹੈ। ਧਨ ਇਕੱਠਾ ਕਰਨ ਲਈ ਹੁੰਦਾ ਹੈ, ਨਾ ਕਿ ਲੋਕਾਂ ਉੱਤੇ ਲੁਟਾਉਣ ਲਈ। ਵੇਖੀ, ਮੈਂ ਤੇਰੇ ਨਾਲੋਂ ਕਿੰਨਾ ਧਨਵਾਨ ਹਾਂ। ਸੇਵਾ ਰਾਮ ਨੇ ਸ਼ਾਂਤੀ ਨਾਲ ਕਿਹਾ, ਭਰਾ, ਧਨ ਤਾਂ ਸਾਥ ਨਹੀਂ ਜਾਂਦਾ, ਪਰ ਇਹ ਰੋਟੀਆਂ ਜਿਹੜੀਆਂ ਭੁੱਖੇ ਦੇ ਪੇਟ ਵਿੱਚ ਪੈਂਦੀਆਂ ਹਨ, ਇਹੀ ਸਾਡੇ ਨਾਲ ਸਫ਼ਰ ਕਰਦੀਆਂ ਹਨ। ਜ਼ਮੀਂਦਾਰ ਹੱਸ ਕੇ ਚਲਾ ਗਿਆ। ਪਰ ਕੁਝ ਸਾਲਾਂ ਬਾਅਦ ਉਸ ਦਾ ਧਨ ਡੁੱਬ ਗਿਆ, ਪਰਿਵਾਰ ਟੁੱਟ ਗਿਆ। ਉਸ ਨੂੰ ਯਾਦ ਆਇਆ, ਕਦੇ ਸੇਵਾ ਰਾਮ ਨੇ ਸੱਚ ਕਿਹਾ ਸੀ। ਮੈਂ ਨਹੀਂ ਮੰਨਿਆ, ਹੁਣ ਮੈਂ ਵੀ ਪਿਛਲੇ ਕਰਜ਼ੇ ਵਿੱਚ ਡੁੱਬ ਗਿਆ ਹਾਂ। ਸੇਵਾ ਦੀ ਵਿਰਾਸਤ। ਸੇਵਾ ਰਾਮ ਨੇ ਆਪਣੀ ਜ਼ਿੰਦਗੀ ਲੋਕਾਂ ਦੀ ਭਲਾਈ ਵਿੱਚ ਬੀਤੀ। ਜਦੋਂ ਉਹ ਵੀ ਬੁੱਢਾ ਹੋਇਆ, ਉਸ ਦੇ ਚੇਲੇ ਤੇ ਪਿੰਡ ਦੇ ਨੌਜਵਾਨ ਉਸ ਦੇ ਆਲੇ ਦੁਆਲੇ ਬੈਠਦੇ ਸਨ। ਉਹ ਕਹਿੰਦਾ, ਬੱਚਿਓ, ਕਰਜ਼ਾ ਹਮੇਸ਼ਾ ਚੁਕਾਉਣਾ ਪੈਂਦਾ ਹੈ, ਪਰ ਅਸਲੀ ਬੁੱਧੀਮਾਨ ਉਹ ਹੈ ਜੋ ਕਰਜ਼ਾ ਨੇਕੀ ਨਾਲ ਚੁਕਾਉਂਦਾ ਹੈ। ਕਦੇ ਕਿਸੇ ਦੇ ਹੱਕ ਦੀ ਚੀਜ਼ ਨਾ ਖਾਣਾ, ਕਦੇ ਕਿਸੇ ਨੂੰ ਰੋਟੀ ਤੋਂ ਖਾਲੀ ਹੱਥ ਨਾ ਮੁੜਨਾ, ਕਿਉਂਕਿ ਇਹੀ ਰੱਬ ਦਾ ਰਸਤਾ ਹੈ। ਲੋਕ ਧਾਰਾ ਦਾ ਸੁਨੇਹਾ। ਜਦੋਂ ਸੇਵਾ ਰਾਮ ਵੀ ਇਸ ਸੰਸਾਰ ਤੋਂ ਰੁਖਸਤ ਹੋਇਆ, ਲੋਕ ਕਹਿੰਦੇ ਸਨ, ਇਹ ਕਹਾਣੀ ਸਿਰਫ ਇੱਕ ਮਨੁੱਖ ਦੀ ਨਹੀਂ ਸੀ, ਇਹ ਤਾਂ ਸਾਡੇ ਸਭ ਲਈ ਆਇਨਾ ਹੈ। ਹਰ ਜਨਮ ਵਿੱਚ ਜੋ ਕਰਜ਼ਾ ਬਚਦਾ ਹੈ, ਉਹ ਸਾਨੂੰ ਮੁੜ ਮਿਲਦਾ ਹੈ, ਚਾਹੇ ਦੁੱਖ ਬਣ ਕੇ, ਚਾਹੇ ਖੁਸ਼ੀ ਬਣ ਕੇ। ਅੱਜ ਵੀ ਪਿੰਡ ਦੇ ਚੌਰਾਹੇ ਤੇ ਲੋਕ ਕਹਿੰਦੇ ਹਨ, ਪਿਛਲੇ ਜਨਮ ਦਾ ਕਰਜ਼ਾ ਵੀ ਚੁਕਾਉਣਾ ਪੈਂਦਾ ਹੈ। ਇਸ ਲਈ ਅੱਜ ਹੀ ਨੇਕੀ ਦਾ ਬੀਜ ਬੀਜੋ, ਤਾਂ ਜੋ ਕੱਲ ਸੁੱਖ ਦੀ ਫਸਲ ਮਿਲੇ। ਨਵੀਂ ਪੀੜ੍ਹੀ ਦੀ ਸੋਚ। ਸੇਵਾ ਰਾਮ ਦੇ ਚੇਲੇ ਉਸ ਦੇ ਉਪਦੇਸ਼ਾਂ ਨੂੰ ਅੱਗੇ ਲੈ ਕੇ ਚਲੇ। ਉਹਨਾਂ ਨੇ ਪਿੰਡ ਵਿੱਚ ਸਕੂਲ ਖੋਲ੍ਹਿਆ, ਜਿੱਥੇ ਬੱਚਿਆਂ ਨੂੰ ਸਿਰਫ ਲਿਖਣ ਪੜ੍ਹਨ ਹੀ ਨਹੀਂ, ਸਗੋਂ ਨੇਕੀ ਤੇ ਕਰਮਾਂ ਦੀ ਗਿਣਤੀ ਵੀ ਸਿਖਾਈ ਜਾਂਦੀ ਸੀ। ਅਧਿਆਪਕ ਬੱਚਿਆਂ ਨੂੰ ਕਹਿੰਦੇ, ਗਣਿਤ ਦੀ ਗਿਣਤੀ ਤੋਂ ਵੱਡੀ ਗਿਣਤੀ ਕਰਮਾਂ ਦੀ ਹੈ। ਜੋ ਤੂੰ ਅੱਜ ਕਿਸੇ ਨਾਲ ਕਰਦਾ ਹੈ, ਉਹੀ ਕੱਲ ਤੇਰੇ ਨਾਲ ਗਿਣਿਆ ਜਾਵੇਗਾ। ਬਾਹਰੋਂ ਆਏ ਲੋਕ। ਇੱਕ ਵਾਰ ਪਰਦੇਸ ਤੋਂ ਕੁਝ ਯਾਤਰੀ ਪਿੰਡ ਵਿੱਚ ਆਏ। ਉਹਨਾਂ ਨੇ ਵੇਖਿਆ ਕਿ ਇੱਥੇ ਕੋਈ ਭੁੱਖਾ ਨਹੀਂ, ਕੋਈ ਤਨਹਾ ਨਹੀਂ। ਉਹ ਹੈਰਾਨ ਹੋਏ ਤੇ ਪੁੱਛਿਆ, ਇਹ ਕਿਵੇਂ ਸੰਭਵ ਹੈ? ਪਿੰਡ ਵਾਲਿਆਂ ਨੇ ਹੱਸ ਕੇ ਕਿਹਾ, ਇਹ ਸਾਡੇ ਪੁਰਖਿਆਂ ਦੀ ਵਿਰਾਸਤ ਹੈ। ਉਹਨਾਂ ਨੇ ਸਾਨੂੰ ਸਿਖਾਇਆ ਸੀ ਕਿ ਪਿਛਲੇ ਜਨਮ ਦਾ ਕਰਜ਼ਾ ਵੀ ਚੁਕਾਉਣਾ ਪੈਂਦਾ ਹੈ। ਇਸ ਲਈ ਅਸੀਂ ਕਿਸੇ ਨੂੰ ਭੁੱਖਾ ਜਾਂ ਦੁਖੀ ਨਹੀਂ ਜਾਣ ਦਿੰਦੇ, ਕਿਉਂਕਿ ਪਤਾ ਨਹੀਂ, ਕੱਲ ਉਹੀ ਕਰਜ਼ਾ ਸਾਡੇ ਸਾਹਮਣੇ ਖੜਾ ਹੋ ਜਾਵੇ। ਯਾਤਰੀ ਇਸ ਗੱਲ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹ ਆਪਣੀ ਧਰਤੀ ਤੇ ਵਾਪਸ ਜਾ ਕੇ ਇਹ ਕਹਾਣੀ ਸੁਣਾਉਣ ਲੱਗੇ। ਹੌਲੀ ਹੌਲੀ ਇਹ ਗਾਥਾ ਪਿੰਡ ਤੋਂ ਨਿਕਲ ਕੇ ਸ਼ਹਿਰਾਂ ਤੇ ਦੂਜੀਆਂ ਧਰਤੀਆਂ ਤੱਕ ਪਹੁੰਚੀ। ਲੋਕ ਕਹਿੰਦੇ, ਇਹ ਸਿਰਫ ਕਹਾਣੀ ਨਹੀਂ, ਸੱਚਾਈ ਹੈ। ਜੀਵਨ ਇੱਕ ਖਾਤਾ ਹੈ, ਜਿੱਥੇ ਕਰਮ ਹੀ ਜਮ੍ਹਾਂ ਤੇ ਕਰਜ਼ੇ ਵਾਂਗ ਕਟਾਏ ਜਾਂਦੇ ਹਨ। ਸਦੀਆਂ ਬਾਅਦ ਵੀ ਜਦੋਂ ਕੋਈ ਬਜ਼ੁਰਗ ਚੌਪਾਲ ਵਿੱਚ ਬੱਚਿਆਂ ਨੂੰ ਕਹਾਣੀ ਸੁਣਾਉਂਦਾ ਹੈ, ਤਾਂ ਉਹ ਇੰਜ ਖਤਮ ਕਰਦਾ ਹੈ, ਬੱਚਿਓ, ਯਾਦ ਰੱਖਣਾ, ਦੌਲਤ, ਸਰੀਰ, ਇਮਾਰਤਾਂ, ਇਹ ਸਭ ਮਿੱਟੀ ਵਿੱਚ ਰਲ ਜਾਣੀਆਂ ਹਨ, ਪਰ ਕਰਮ ਨਹੀਂ ਰਲਦੇ। ਜਿਹੜਾ ਕਰਜ਼ਾ ਅੱਜ ਤੂੰ ਕਿਸੇ ਨਾਲ ਕਰਦਾ ਹੈ, ਉਹੀ ਕੱਲ ਤੇਰੇ ਦਰਵਾਜ਼ੇ ਤੇ ਖੜਾ ਹੋਵੇਗਾ। ਇਸ ਲਈ ਰੋਟੀ, ਪਿਆਰ ਤੇ ਸਹਾਰਾ ਕਦੇ ਨਾ ਰੋਕਣਾ। ਇਹੀ ਤੇਰੀ ਸੱਚੀ ਪੂੰਜੀ ਹੈ। ਬੱਚੇ ਅੱਖਾਂ ਵੱਡੀਆਂ ਕਰਕੇ ਸੁਣਦੇ ਹਨ, ਤੇ ਉਹੀ ਕਹਾਣੀ ਅਗਲੀ ਪੀੜ੍ਹੀ ਨੂੰ ਸੁਣਾਉਣ ਲਈ ਯਾਦ ਕਰ ਲੈਂਦੇ ਹਨ। ਇਸ ਤਰ੍ਹਾਂ ਪਿਛਲੇ ਜਨਮ ਦਾ ਕਰਜ਼ਾ ਵੀ ਚੁਕਾਉਣਾ ਪੈਂਦਾ ਹੈ। ਸਿਰਫ ਇੱਕ ਕਹਾਣੀ ਨਹੀਂ, ਸਗੋਂ ਲੋਕ ਧਾਰਾ ਦੀ ਸਿੱਖਿਆ ਬਣ ਜਾਂਦੀ ਹੈ, ਜੋ ਸਦੀਆਂ ਤੱਕ ਜਿੰਦਾ ਰਹਿੰਦੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੁਣਨ ਲਈ।